मारू महला तीजा। भले अमरदास गुण तेरे, तेरी उपमा तोहे बन आवे। तीजे पातशाह धन धन सतगुरु श्री गुरु अमरदास साहिब जी महाराज मारू राग विच शोभावन उपदेश की बख्शिश कर रहे हैं। एको सेवी सदा थिर साचा। ये भाई हमेशा अस्तित्व रहने वाला सच्चा प्रभु है। उस अद्वैत स्वरूप नू सेम न करो। जय लागा सब जग काचा। द्वैत भाव विच लग्या होया सारा संसार कच्चा झूठे जीवन वाला है। गुरमति सदा सच सालाही। गुरां दी सिक्ख्या द्वारा हमेशा सच्चे प्रभु नो सलाहन करो। साचे ही साच पतीजा है। सच्चे प्रभु नो सलाह करके ही सच्चे प्रभु दे विच पतीज जाईदा है। इसलिए इंज बेनती करिए। तेरे गुण बहुते मैं एक ना जाता। हे परमात्मा तेरे बेअंत गुण हन पर मैं एक भी नहीं जानिया। आपे लाए लाए जग जीवन दाता। हे जगत जीवन अते दातार प्रभु मैनू आप ही अपनी शरण विच ला लेना करो जी। आपे बख्शे दे वडियाई। जिसनू तू आप बख्श लैंदा है उसनू अपने स्वरूप की प्राप्ति रूप शोभा देना करदा है। गुरमत एहु मान भीजै है। इउं गुरां दी सिक्ख्या करके ये मन तेरे स्वरूप दे विच भेज जांदा है। माया लहर शब्द निवारी। जिस मनुख ने अपने अंदरों माया दी इच्छा रूप तरंग गुरां दी उपदेश दी कमाई करके निवृत्त कर देती है। मन निर्मल हूँ मैं मारी। फिर हंगता ममता नू मार के अपना ये जो मन है हृदय है उसने उज्जल शुद्ध किया है। जी गुण गावे रंग राता। ओ सुते सिद्ध ही प्रेम दे विच रंगिया प्रभु दे गुणां नू गाउंदा रहिंदा है। रसना राम रविजा है। अते अपनी रसना जबान द्वारा परमेश्वर दे नाम नू उचारदा रहिंदा है। मेरी मेरी करत विहाणी। मेरी जार मेरी जोरू मेरी जमीन इस तरह करदियां ही मनमुखां दी सारी उम्र व्यर्थ बतीत हुंदी जांदी है। मनमुख ना बूझै फिरै याणी। मनमुखां दी सृष्टि अपने स्वरूप नू बुझदी नहीं है। वो अज्ञात ही जुना विच तुरी फिरदी है। जम काल घड़ी मौत निहाले। काल करन वाला यम एक घड़ी अति अधी घड़ी नू देखदा रहिंदा है। भाव जिंदगी दे हरेक पल पल नू गाहो नाल तकदा रहिंदा है। अन दिन आरजा छिजै ही। अते रात दिन करके उम्र नाश हुंदी जांदी है। अंतर लोभ करै नहीं बूझै। मनमुख जीव अपने हृदय विच पदार्थां दा लालच करदा है पर अपने स्वरूप नू बुझदा नहीं है। सिर ऊपर जम काल ना सूझै। सिर दे ऊपर काल करने वाला यम खड़ा दिसदा नहीं है।
ਕਮਾਣਾ ਸੋ ਅੱਗੇ ਆਇਆ। ਜੀਵ ਨੇ ਜੋ ਕੁਝ ਇਸ ਲੋਕ ਦੇ ਵਿੱਚ ਕਰਮ ਕਮਾਉਣਾ ਕੀਤਾ ਹੈ ਉਹੀ ਪਰਲੋਕ ਦੇ ਵਿੱਚ ਕੰਮ ਆਉਂਦਾ ਹੈ। ਅੰਤ ਕਾਲ ਕਿਆ ਕੀਜੈ ਹੈ। ਸਾਰੀ ਉਮਰ ਵਿਅਰਥ ਗਵਾਇਆ। ਅਖੀਰ ਦੇ ਸਮੇਂ ਵਿੱਚ ਜੀਵ ਕੀ ਕਰ ਸਕਦਾ ਹੈ? ਉਮਰ ਫਜ਼ੂਲ ਗਵਾ ਦਿੱਤੀ। ਭਾਵ ਅੰਤ ਦੇ ਸਮੇਂ ਕੋਈ ਯਤਨ ਨਹੀਂ ਹੋਣਾ। ਇਸ ਲਈ ਹੁਣ ਹੀ ਸ਼ੁਭ ਕਰਨੀ ਚਾਹੀਦੀ ਹੈ। ਜੋ ਸੱਚ ਲਾਗੇ ਤਿਨ ਸਾਚੀ ਸੋਈ। ਜਿਹੜੇ ਪੁਰਸ਼ ਸੱਚੇ ਨਾਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੀ ਲੋਕ ਅਤੇ ਪਰਲੋਕ ਵਿੱਚ ਸੱਚੀ ਸ਼ੋਭਾ ਹੁੰਦੀ ਹੈ। ਜੈ ਲਾਗੇ ਮਨ ਮੁਖ ਰੋਏ। ਜੋ ਦਵੈਤ ਭਾਵ ਦੇ ਵਿੱਚ ਲੱਗੇ ਨੇ ਉਹ ਮਨਮੁਖ ਪੁਰਖ ਹਮੇਸ਼ਾ ਰੋਂਦੇ ਰਹਿੰਦੇ ਹਨ। ਦੁਹਾ ਸਿਰਿਆ ਕਾ ਖਸਮ ਹੈ ਆਪੇ। ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਆਪ ਹੀ ਗੁਰਮੁਖ ਅਤੇ ਮਨਮੁਖ ਜਾਂ ਲੋਕ ਅਤੇ ਪਰਲੋਕ ਰੂਪ ਦੋਵੇਂ ਸਰੀਆਂ ਦਾ ਖਸਮ ਮਾਲਕ ਹੈ। ਆਪੇ ਗੁਣ ਮਹਿ ਭੀਜੈ ਹੈ। ਆਪ ਹੀ ਆਪਣੇ ਗੁਣਾਂ ਦੇ ਵਿੱਚ ਭੇਜਦਾ ਪਾਪ ਤੀਜਦਾ ਹੈ। ਗੁਰ ਕਾ ਸ਼ਬਦ ਸਦਾ ਜਨ ਸੋ ਹੈ। ਗੁਰਾਂ ਦੇ ਉਪਦੇਸ਼ ਵਿੱਚ ਜੋੜਨ ਵਾਲੇ ਪੁਰਸ਼ ਹਮੇਸ਼ਾ ਸ਼ੋਭਦੇ ਹਨ। ਨਾਮ ਰਸਾਇਣ ਇਹੋ ਮਨ ਮੋਹ ਹੈ। ਰਸਾਂ ਦੇ ਘਰ ਪ੍ਰਭੂ ਦੇ ਨਾਮ ਦੇ ਵਿੱਚ ਉਹਨਾਂ ਦਾ ਹੀ ਜੋ ਮਨ ਹਿਰਦਾ ਹੈ ਉਹ ਮੋਹਿਤ ਹੋ ਜਾਂਦਾ ਹੈ। ਮਾਇਆ ਮੋਹ ਮੈਲ ਪਤੰਗ ਨਾ ਲਾਗੈ। ਉਹਨਾਂ ਨੂੰ ਮਾਇਆ ਦੇ ਮੋਹ ਦੀ ਮਲੀਨਤਾਈ ਪਤੰਗ ਰਤਾ ਪਰ ਵੀ ਨਹੀਂ ਲੱਗਦੀ। ਜਾਂ ਪਤੰਗ ਅੰਤःਕਰਨ ਨੂੰ ਉਹਨਾਂ ਦੇ ਅੰਤःਕਰਨ ਨੂੰ ਪਾਪਾਂ ਦੀ ਮਲੀਨਤਾਈ ਅਤੇ ਮਾਇਆ ਦਾ ਮੋਹ ਨਹੀਂ ਲੱਗਦਾ। ਮਤੀ ਹਰ ਨਾਮ ਭੀਜੈ ਹੈ। ਜਿਨ੍ਹਾਂ ਦਾ ਮਨ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜ ਗਿਆ ਹੈ। ਸਭਨਾ ਵਿੱਚ ਵਰਤੈ ਇੱਕ ਸੋਈ। ਇਹ ਭਾਈ ਸਭਨਾਂ ਦੇ ਅੰਦਰ ਇੱਕ ਉਹੀ ਪ੍ਰਮਾਤਮਾ ਵਰਤ ਰਿਹਾ ਹੈ। ਗੁਰ ਪ੍ਰਸਾਦੀ ਪ੍ਰਗਟ ਹੋਈ। ਪਰ ਗੁਰਾਂ ਦੀ ਕਿਰਪਾ ਕਰਕੇ ਹੀ ਹਿਰਦੇ ਅੰਦਰੋਂ ਪ੍ਰਗਟ ਪ੍ਰਤੱਖ ਹੁੰਦਾ ਹੈ। ਹਉਮੈ ਮਾਰ ਸਦਾ ਸੁਖ ਪਾਇਆ। ਗੁਰਮੁਖ ਜਨਾਂ ਨੇ ਹੰਗਤਾ ਮਮਤਾ ਮਾਰ ਕੇ ਨਿਵਰਤ ਕਰਕੇ ਸਦਾ ਰਹਿਣ ਵਾਲਾ ਆਤਮਿਕ ਸੁਖ ਪਾਇਆ ਹੈ। ਸਾਚੈ ਅੰਮ੍ਰਿਤ ਪੀਜੈ ਹੈ। ਕਿਉਂਕਿ ਉਹ ਸੱਚੇ ਨਾਮ ਦੁਆਰਾ ਬ੍ਰਹਮਾਨੰਦ ਰੂਪ ਅੰਮ੍ਰਿਤ ਪੀਣਾ ਕਰਦੇ ਹਨ। ਕਿਲ ਬਿਖ ਦੁਖ ਨਿਵਾਰਣ ਹਾਰਾ। ਜੋ ਪਰਮਾਤਮਾ ਪਾਪਾਂ ਅਤੇ ਜੰਮਣ ਮਰਨ ਦੇ ਕਸ਼ਟਾਂ ਨੂੰ ਨਿਵਰਤ ਕਰਨ ਵਾਲਾ ਹੈ। ਗੁਰਮੁਖ ਸੇਵਿਆ ਸ਼ਬਦ ਵਿਚਾਰਾ। ਉਹਨਾਂ ਨੂੰ ਗੁਰੂ ਉਪਦੇਸ਼ ਦੀ ਵਿਚਾਰ ਕਰਕੇ ਗੁਰਮੁਖ ਜਨਾਂ ਨੇ ਸੇਵਨਾ ਕੀਤਾ ਹੈ। ਸਭ ਕਿਛ ਆਪੇ ਆਪ ਵਰਤੈ। ਉਹਨਾਂ ਨੂੰ ਐਸਾ ਨਿਸ਼ਚੈ ਭਜ ਜਾਂਦਾ ਹੈ ਕਿ ਪਰਮਾਤਮਾ ਸਭ ਕੁਝ ਆਪੇ ਆਪ ਰੂਪ ਹੋ ਕੇ ਵਰਤ ਰਿਹਾ ਹੈ। ਗੁਰਮੁਖ ਤਨ ਮਨ ਭੀਜੈ ਹੈ। ਉਹਨਾਂ ਦਾ ਤਨ ਸਰੀਰ ਅਤੇ ਮਨ ਹਿਰਦਾ ਪ੍ਰਭੂ ਦੇ ਪ੍ਰੇਮ ਰੂਪ ਜਲ ਦੇ ਨਾਲ ਭਿੱਜਿਆ ਰਹਿੰਦਾ ਹੈ। ਮਾਇਆ ਅਗਨ ਜਲੈ ਸੰਸਾਰੀ। ਮਾਇਆ ਦੀ ਤ੍ਰਿਸ਼ਨਾ ਨੂੰ ਭੰਗ ਕਰਕੇ ਜੀਵ ਜਗਤ ਦੇ ਵਿੱਚ
ਸੜ ਰਹੇ ਹਨ। ਗੁਰਮੁਖ ਨਿਵਾਰੈ ਸ਼ਬਦ ਵਿਚਾਰੇ। ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਗੁਰਮੁਖ ਜਨਾਂ ਨੇ ਇਹ ਅੱਗ ਨਿਵਰਤ ਕਰ ਲਈ ਹੈ। ਅੰਤਰ ਸ਼ਾਂਤ ਸਦਾ ਸੁਖ ਪਾਇਆ। ਉਹਨਾਂ ਦੇ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਉਹਨਾਂ ਨੇ ਸਦੀਵੀ ਰਹਿਣ ਵਾਲਾ ਆਤਮਿਕ ਆਨੰਦ ਪਾਇਆ ਹੈ। ਗੁਰਮੁਖੀ ਨਾਮ ਲੀਜੈ ਹੈ। ਅਤੇ ਗੁਰਾਂ ਦੀ ਸਿੱਖਿਆ ਪਰਮੇਸ਼ਰ ਦੇ ਨਾਮ ਨੂੰ ਲੈਣਾ ਕੀਤਾ। ਭਾਵ ਉਹਨਾਂ ਨੇ ਵਾਹਿਗੁਰੂ ਨਾਮ ਦਾ ਸਿਮਰਨ ਕੀਤਾ ਹੈ। ਇੰਦਰ ਇੰਦਰਾਸਣ ਬੈਠੇ ਜਮ ਕਾ ਭਾਉ ਪਾਵਹਿ। ਇੰਦਰ ਵਰਗੇ ਰਾਜੇ ਇੰਦਰ ਦੇ ਆਸਣ ਉੱਪਰ ਬੈਠੇ ਹੋਏ ਵੀ ਧਰਮ ਰਾਜੇ ਦਾ ਡਰ ਪਾਉਂਦੇ ਰਹਿੰਦੇ ਹਨ। ਜਮ ਨਾ ਛੋੜੈ ਬਹੁ ਕਰਮ ਕਮਾਵਹਿ। ਕਿਉਂਕਿ ਜਿਹੜਾ ਇੰਦਰ ਹੈ ਉਹ ਵੀ ਤਾਂ ਕਰਮ ਕਰਕੇ ਹੀ ਉੱਥੇ ਗਿਆ ਹੈ। ਕਹਿੰਦੇ 101 ਸਮੇਤ ਜਾ ਕੀਤਾ ਜਾਏ। ਤੀਰ ਛੱਡਣਾ, ਜਿੱਥੇ ਤੀਰ ਨੇ ਜਾ ਕੇ ਡਿੱਗਣਾ ਤੇ ਉੱਥੇ ਅਸਮੇਤ ਜਾ ਕਰਨਾ। ਤੀਰ ਦੇ ਫਾਸਲੇ ਤੇ ਅਸਮੇਤ ਜਾ ਕੀਤਾ ਜਾਵੇ ਤਾਂ ਇੰਦਰ ਦੀ ਪਦਵੀ ਪ੍ਰਾਪਤ ਹੁੰਦੀ ਹੈ। ਬਾਕੀ ਜਿੰਨੇ ਵੀ ਦੇਵਤੇ ਨੇ ਉਹ ਸਾਰੇ ਦਾਨ ਪੁੰਨ ਕਰਕੇ ਹੀ ਸਵਰਗਾਂ ਨੂੰ ਚੜ੍ਹੇ ਨੇ। ਜਿਹੜੇ ਬਹੁਤੇ ਕਰਮ ਕਾਂਡਾਂ ਨੂੰ ਕਮਾਉਂਦੇ ਨੇ, ਜਿਹੜਾ ਯਮ ਹੈ ਧਰਮਰਾਜ ਹੈ, ਉਹਨਾਂ ਨੂੰ ਛੱਡਦਾ ਨਹੀਂ ਹੈ। ਭਾਵ ਕਰਮਕਾਂਡੀਆਂ ਨੂੰ ਵੀ ਉਹ ਪਕੜਦਾ ਹੈ। ਸਤਿਗੁਰ ਭੇਟੈ ਤਾ ਮੁਕਤ ਪਾਈਐ। ਜੇਕਰ ਜੀ ਸਤਿਗੁਰਾਂ ਦੇ ਨਾਲ ਮਿਲ ਪਵੇ ਤਾਂ ਹੀ ਕਲਿਆਣ ਪਾ ਸਕਦੇ ਨੇ। ਹਰ ਹਰ ਰਸਨਾ ਪੀਜੈ ਹੈ। ਸੋ ਹਰੀ ਪਰਮੇਸ਼ਰ ਦਾ ਨਾਮ ਉਹ ਰਸਨਾ ਦੇ ਨਾਲ ਜ਼ਬਾਨ ਦੇ ਨਾਲ ਜਪਦੇ ਨੇ। ਇਹ ਅੰਮ੍ਰਿਤ ਨੂੰ ਨਾਮ ਨੂੰ ਪੀਣਾ ਕਰਦੇ ਨੇ। ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਭਾਈ ਜੇ ਸਿਮਰ ਸੁਖ ਪਾਈਐ ਸਭ ਤਿਖਾ ਬੁਝਾਈ। ਮਨ ਮੁਖ ਅੰਤਰ ਭਗਤ ਨ ਹੋਈ। ਮਨ ਦੇ ਮਗਰ ਤੁਰਨ ਵਾਲੇ ਪੁਰਖਾਂ ਕੋਲੋਂ ਹਿਰਦੇ ਦੇ ਵਿੱਚ ਭਗਤੀ ਪ੍ਰਾਪਤ ਨਹੀਂ ਹੁੰਦੀ ਹੈ। ਗੁਰਮੁਖ ਭਗਤ ਸ਼ਾਂਤ ਸੁਖ ਹੋਈ। ਗੁਰਮੁਖ ਜਨ ਹਿਰਦੇ ਨਾਲ ਭਗਤੀ ਕਰਦੇ ਨੇ, ਜਿਸ ਕਰਕੇ ਉਹਨਾਂ ਨੂੰ ਆਤਮਿਕ ਸ਼ਾਂਤੀ ਅਤੇ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪਵਿੱਤਰ ਪਾਵਨ ਸਦਾ ਹੈ ਬਾਣੀ। ਉਹਨਾਂ ਦਾ ਜੋ ਹਿਰਦਾ ਹੈ ਉਹ ਵੀ ਪਵਿੱਤਰ ਹੈ ਅਤੇ ਬਾਣੀ ਵੀ ਹਮੇਸ਼ਾ ਪਵਿੱਤਰ ਹੈ। ਗੁਰਮਤਿ ਅੰਤਰ ਭੀਜੈ ਹੈ। ਜਿਨ੍ਹਾਂ ਦਾ ਗੁਰਾਂ ਦੀ ਸਿੱਖਿਆ ਦੁਆਰਾ ਹਿਰਦਾ ਭਿੱਜ ਜਾਂਦਾ ਹੈ ਉਹ ਸਤਿਗੁਰੂ ਦੀ ਬਾਣੀ ਪੜ੍ਹ ਕੇ ਪਵਿੱਤਰ ਹੋ ਜਾਂਦੇ ਨੇ। ਕਿਉਂਕਿ ਸਤਿਗੁਰਾਂ ਦੀ ਬਾਣੀ ਖੁਦ ਆਪ ਪਵਿੱਤਰ ਹੈ। ਪੜ੍ਹਨ ਵਾਲਿਆਂ ਦੇ ਹਿਰਦੇ ਵਿੱਚ ਵਸ ਕੇ ਉਹਨਾਂ ਨੂੰ ਪਵਿੱਤਰ ਕਰ ਦਿੰਦੀ ਹੈ ਅਤੇ ਹੋਰਨਾਂ ਦੇ ਹਿਰਦਿਆਂ ਨੂੰ ਵੀ ਪਵਿੱਤਰ ਕਰਨ ਵਾਲੀ ਹੈ। ਜਿਹੜੀ ਗੁਰਬਾਣੀ ਹੈ ਜਿਸ ਹਿਰਦੇ 'ਚ ਵੀ ਵਸ ਜਾਏ ਉਹਨੂੰ ਪਵਿੱਤਰ ਕਰ ਦਿੰਦੀ ਹੈ। ਪਰ ਗੁਰਾਂ ਦੀ ਸਿੱਖਿਆ ਦੁਆਰਾ ਹੀ ਹਿਰਦੇ ਅੰਦਰ ਭੇਜਦੀ ਹੈ, ਵਸਦੀ ਹੈ। ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ। ਸੁਰ ਨਰ ਤਿਨ ਕੀ ਬਾਣੀ ਗਾਵੇ ਕੋਈ ਨਾ ਮੇਟੈ ਭਾਈ। ब्रह्म ज्ञानी को खोजा महेश्वर। नानक ब्रह्म ज्ञानी आप परमेश्वर। क्यों? क्योंकि उन्हें बाणी बड़ी है। ब्रह्मा विष्णु ते शिव जी की अवस्था नूं भी विचार न करो। त्रिगुण बद्धक मुक्त निरारी। ये तिन्ना गुणा विच ही बधे हुए ने। तिन्ना गुणा वालियां तो मुक्ति नियारी रहिंदी है जो गुरबाणी है। गुरमुख ज्ञान एको है जाता। गुरमुख जनां ने हिरदे वे स्वरूप दा ज्ञान धारिया। उन्हां ने अद्वैत स्वरूप नूं जानना कीता है।
ਆਨ ਦਿਨ ਨਾਮ ਰਵੀਜੈ। ਉਹ ਰਾਤ ਦਿਨ ਪਰਮੇਸ਼ਰ ਦਾ ਨਾਮ ਉਚਾਰਨ ਕਰਦੇ ਰਹਿੰਦੇ ਨੇ। ਵੇਦ ਪੜ੍ਹੈ ਹਰ ਨਾਮ ਨਾ ਬੁਝੈ। ਜੋ ਪੰਡਤ ਲੋਕ ਵੇਦਾਂ ਨੂੰ ਪੜ੍ਹਦੇ ਨੇ ਪਰ ਹਰੀ ਪਰਮੇਸ਼ਰ ਦੇ ਨਾਮ ਨੂੰ ਬੁੱਝਦੇ ਨਹੀਂ ਹਨ। ਮਾਇਆ ਕਾਰਣ ਪੜ ਪੜ ਲੂਝੈ। ਮਾਇਆ ਦੇ ਵਾਸਤੇ ਪੜ ਪੜ ਕੇ ਝਗੜਦੇ ਰਹਿੰਦੇ ਹਨ। ਅੰਤਰ ਮੈਲ ਅਗਿਆਨੀ ਅੰਧਾ। ਜਿਸ ਦੇ ਹਿਰਦੇ ਵਿੱਚ ਵਿਕਾਰਾਂ ਦੀ ਮੈਲੀਨਤਾਈ ਹੈ ਉਹ ਅਗਿਆਨੀ, ਗਿਆਨ ਤੋਂ ਹੀਣਾ, ਵਿਵੇਕ ਵੈਰਾਗ ਨੇਤਰਾਂ ਤੋਂ ਰਹਿਤ ਅੰਨਾ ਹੋ ਰਿਹਾ ਹੈ। ਘਰ ਦੁਤਰ ਤਰੀਜੈ। ਸੋ ਕਿਵੇਂ ਕਰਕੇ ਕਠਿਨਾਈ ਨਾਲ ਤਰਨ ਵਾਲਾ ਸੰਸਾਰ ਸਮੁੰਦਰ ਤਰ ਸਕਦਾ, ਭਾਵ ਨਹੀਂ ਤਰ ਸਕਦਾ। ਵੇਦ ਬਾਦ ਸਭ ਆਖ ਵਖਾਣ ਹੈ। ਸਾਰੇ ਲੋਕ ਜਿੰਨੇ ਵੀ ਪੰਡਤ ਆਦਿਕ ਵੇਦਾਂ ਦਾ ਝਗੜਾ ਹੀ ਕਹਿ ਕੇ ਕਥਨ ਕਰਦੇ ਰਹਿੰਦੇ ਹਨ। ਨਾ ਅੰਤਰ ਭੀਜੈ ਨਾ ਸ਼ਬਦ ਪਛਾਣ ਹੈ। ਨਾ ਦਾ ਉਹਨਾਂ ਦਾ ਹਿਰਦਾ ਆਪਦਾ ਭਿੱਜਦਾ ਹੈ ਤੇ ਨਾ ਹੀ ਦੂਸਰਿਆਂ ਨੂੰ ਕੋਈ ਲਾਭ ਹੁੰਦਾ। ਨਾ ਹੀ ਉਹ ਬ੍ਰਹਮ ਗੁਰ ਉਪਦੇਸ਼ ਨੂੰ ਪਹਿਚਾਣਦੇ ਹਨ। ਪੁੰਨ ਪਾਪ ਸਭ ਵੇਦ ਦ੍ਰਿੜਾਇਆ। ਵੇਦਾਂ ਨੇ ਤਾਂ ਸਾਰਾ ਪੁੰਨ ਪਾਪ ਹੀ ਦ੍ਰਿੜ ਕਰਵਾਇਆ, ਪਾਪ ਪੱਕਾ ਕਰਵਾਇਆ ਹੈ। ਗੁਰਮੁਖ ਅੰਮ੍ਰਿਤ ਪੀਜੈ। ਪਰੰਤੂ ਗੁਰਮੁਖ ਜਨ ਵੇਦਾਂ ਦੇ ਕਰਮ ਕਾਂਡਾਂ ਤੋਂ ਬਾਹਰ ਹੋ ਕੇ ਨਾਮ ਅੰਮ੍ਰਿਤ ਨੂੰ ਪੀਣਾ ਕਰਦੇ ਹਨ। ਆਪੇ ਸਾਚਾ ਏਕੋ ਸੋਈ। ਉਹ ਅਦਵੈਤ ਸਰੂਪ ਸੱਚਾ ਪਰਮਾਤਮਾ ਆਪ ਹੀ ਵਿਆਪਕ ਹੈ। ਤਿਸ ਬਿਨ ਦੂਜਾ ਅਵਰ ਨਾ ਕੋਈ। ਤਿਸ ਤੋਂ ਬਿਨਾ ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਨਾਨਕ ਨਾਮ ਰਤੇ ਮਨ ਸਾਚਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪੁਰਖ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦਾ ਹਿਰਦਾ ਸੱਚਾ ਹੈ, ਜਾਂ ਉਹਨਾਂ ਦੇ ਮਨ ਵਿੱਚ ਸੱਚਾ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਸੱਚੋ ਸੱਚ ਰਵੀਜੈ। ਉਹ ਨਿਸ਼ਚੈ ਕਰਕੇ ਸੱਚੇ ਪ੍ਰਭੂ ਦੇ ਜਸ ਨੂੰ ਉਚਾਰਦੇ ਰਹਿੰਦੇ ਹਨ। ਮਾਰੂ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਾਰੂ ਰਾਗ ਵਿੱਚ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਸੱਚਾ ਤਖਤ ਰਚਾਇਆ। ਸੱਚ ਸਰੂਪ ਪਰਮੇਸ਼ਰ ਨੇ ਸੰਸਾਰ ਜਾਂ ਸਤ ਸੰਗਤ ਜਾਂ ਤੁਰਿਆ ਪਦ ਜਾਂ ਸਰੂਪ ਰੂਪੀ ਸੱਚਾ ਤਖਤ ਰਚਾਉਣਾ ਕੀਤਾ ਹੈ। ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਹੈ ਇਹ ਵੀ ਸੱਚੇ ਪ੍ਰਭੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਆਪ ਰਚਨਾ ਕੀਤਾ ਹੈ। ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ। ਉਹ ਪ੍ਰਭੂ ਜਾਂ ਗੁਰਮੁਖ ਆਪਣੇ ਸਰੂਪ ਰੂਪੀ ਨਿਜ ਘਰ ਇਹਦੇ ਵਿੱਚ ਵਸ ਰਿਹਾ ਹੈ, ਉਥੇ ਮਾਇਆ ਦਾ ਮੋਹ ਨਹੀਂ ਹੈ। ਤਦ ਹੀ ਸਾਚ ਵਸਿਆ ਘਟ ਅੰਤਰ। ਜੋ ਨਾਮ ਜਪਦੇ ਨੇ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਹਿਰਦੇ ਅੰਦਰ ਹਮੇਸ਼ਾ ਹੀ ਸੱਚਾ ਪ੍ਰਭੂ ਵਸਦਾ ਰਹਿੰਦਾ ਹੈ। ਗੁਰਮੁਖ ਕਰਨੀ ਸਾਰੀ ਹੈ। ਜਿਨ੍ਹਾਂ ਗੁਰਮੁਖਾਂ ਦੀ ਭਗਤੀ ਰੂਪ ਸ੍ਰੇਸ਼ਟ ਕਰਨੀ ਹੈ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਹੀ ਸੱਚਾ ਪਰਮਾਤਮਾ ਵਸਦਾ ਰਹਿੰਦਾ ਹੈ। ਸੱਚਾ ਸੌਦਾ ਸੱਚ ਵਾਪਾਰਾ। ਗੁਰਮੁਖ ਜਨ ਸੱਚਾ ਨਾਮ ਰੂਪੀ ਸੌਦਾ ਖਰੀਦਦੇ ਨੇ ਅਤੇ ਸੱਚੇ ਨਾਮ ਦਾ ਜਪਣ ਜਪਾਉਣ ਰੋ ਵਪਾਰ ਵਣਜ ਕਰਦੇ ਰਹਿੰਦੇ ਹਨ। ਨਾ ਤਿੱਥੈ ਭਰਮ ਨਾ ਦੂਜਾ ਪਸਾਰਾ। ਉਥੇ ਨਿਜ ਸਰੂਪ ਦੇ ਵਿੱਚ ਜਾਂ ਉਹਨਾਂ ਦੇ ਹਿਰਦੇ ਵਿੱਚ ਨਾ ਭਰਮ ਹੈ ਅਤੇ ਨਾ ਹੀ ਦਵੈਤ ਦਾ ਪਸਾਰਾ ਹੈ।
ਦੂਜੀ ਮਾਇਆ ਕਰਕੇ ਪ੍ਰਤੀਤ ਹੋਣ ਵਾਲਾ ਸੰਸਾਰ ਦਾ ਪਸਾਰਾ ਵੀ ਨਹੀਂ ਹੈ। ਸੱਚਾ ਧਨ ਖਟਿਆ ਕਦੇ ਟੋਟ ਨਾ ਆਵੈ। ਗੁਰਮੁਖਾਂ ਨੇ ਸੱਚਾ ਨਾਮ ਰੂਪੀ ਧਨ ਖਟਣਾ ਕਮਾਉਣਾ ਕੀਤਾ ਹੈ, ਜਿਸ ਧਨ ਦਾ ਕਦੇ ਵੀ ਘਾਟਾ ਨਹੀਂ ਆਉਂਦਾ। ਬੁਝੈ ਕੋ ਵਿਚਾਰੀ ਹੈ। ਕੋਈ ਵਿਚਾਰਵਾਨ ਹੀ ਇਸ ਗੱਲ ਨੂੰ ਬੁੱਝਦਾ ਸਮਝਦਾ ਹੈ। ਸੱਚੈ ਲਾਏ ਸੇ ਜਨ ਲਾਗੇ। ਜੋ ਸੱਚ ਸਰੂਪ ਪਰਮੇਸ਼ਰ ਨੇ ਨਾਮ ਅੰਮ੍ਰਿਤ ਵਿੱਚ ਲਾਏ ਨੇ, ਉਹ ਪੁਰਖੇ ਨਾਮ ਅੰਮ੍ਰਿਤ ਜਪਣ ਵਿੱਚ ਲੱਗਦੇ ਹਨ। ਅੰਤਰ ਸ਼ਬਦ ਮਸਤਕ ਵੱਡ ਭਾਗੇ। ਉਹਨਾਂ ਦੇ ਹਿਰਦੇ ਵਿੱਚ ਗੁਰਾਂ ਦਾ ਉਪਦੇਸ਼ ਵਸਦਾ ਹੈ ਅਤੇ ਉਹਨਾਂ ਦੇ ਮੱਥੇ ਉੱਪਰ ਵੱਡੇ ਭਾਗ ਲਿਖੇ ਹੋਏ ਹਨ। ਸੱਚੈ ਸ਼ਬਦ ਸਦਾ ਗੁਣ ਗਾਵਹਿ। ਉਹ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਹਮੇਸ਼ਾ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ। ਸ਼ਬਦ ਰਤੇ ਵਿਚਾਰੀ ਹੈ। ਅਤੇ ਉਪਦੇਸ਼ ਦੀ ਕਮਾਈ ਕਰਕੇ ਹੀ ਵਾਹਿਗੁਰੂ ਦੇ ਸਰੂਪ ਦੀ ਵਿਚਾਰ ਦੇ ਵਿੱਚ ਰੰਗੇ ਰਹਿੰਦੇ ਹਨ। ਸੱਚੂ ਸੱਚਾ ਸੱਚ ਸਾਲਾਹੀ। ਗੁਰਮੁਖ ਜਨ ਸੱਚੇ ਪ੍ਰਭੂ ਦੇ ਸੱਚਾ ਜਸ ਨਿਸ਼ਚੈ ਕਰਨ ਕਰਕੇ ਸਲਾਉਂਦੇ ਹਨ, ਜਾਂ ਮਨ ਬਾਣੀ ਸਰੀਰ ਕਰਕੇ ਤਿੰਨਾਂ ਕਾਲਾਂ ਵਿੱਚ ਸੱਚ ਸਰੂਪ ਜਾਣ ਕੇ ਸੱਚੇ ਨੂੰ ਸਲਾਉਂਦੇ ਨੇ। ਇੱਕੋ ਵੇਖਾ ਦੂਜਾ ਨਾਹੀ। ਉਹ ਅਦਵੈ ਸਰੂਪ ਪਰਮੇਸ਼ਰ ਨੂੰ ਹੀ ਵੇਖਦੇ ਨੇ, ਉਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਉਸ ਵਰਗਾ ਜਾਣਦੇ। ਗੁਰਮਤਿ ਉੱਚੋ ਉੱਚੀ ਪੌੜੀ। ਆ ਜੋ ਗੁਰਮਤਿ ਆਪ ਨੂੰ ਸਰਵਣ ਕਰਵਾ ਰਹੇ ਹਾਂ, ਗੁਰਾਂ ਦੀ ਸਿੱਖਿਆ ਰੋ ਪੌੜੀ, ਇਹ ਉੱਚੇ ਸਾਧਨ ਆਦਿਕ ਨਾਲੋਂ ਵੀ ਉੱਚੀ ਹੈ। ਤੇ ਇਸ ਉੱਪਰ ਚੜ੍ਹ ਕੇ ਮਹਾਰਾਜ ਕਹਿੰਦੇ, ਗਿਆਨ ਰਤਨ ਹਉਮੈ ਮਾਰੀ ਹੀ। ਜਿਸ ਨੇ ਹੰਗਤਾ ਮਮਤਾ ਮਾਰ ਲਈ, ਨਿਵਰਤ ਕਰ ਲਈ ਹੈ, ਉਸ ਨੂੰ ਗਿਆਨ ਰੂਪ ਮਾਨਕ ਦੀ ਪ੍ਰਾਪਤੀ ਹੋਈ ਹੈ, ਜਾਂ ਗਿਆਨ ਦੁਆਰਾ ਸਰੂਪ ਰੂਪੀ ਰਤਨ ਦੀ ਪ੍ਰਾਪਤੀ ਹੋਈ ਹੈ। ਮਾਇਆ ਮੋਹ ਸ਼ਬਦ ਜਲਾਇਆ। हे ਪ੍ਰਭੂ, ਜਿਸ ਨੇ ਮਾਇਆ ਦੇ ਮੋਹ ਨੂੰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਾੜ ਸੁੱਟਿਆ ਹੈ। ਸੱਚ ਮਨ ਵਸਿਆ ਜਾ ਤੁਧ ਪਾਇਆ। ਜਦੋਂ ਤੈਨੂੰ ਭਾ ਗਿਆ ਤਾਂ ਤੇਰਾ ਸੱਚਾ ਨਾਮ ਉਸ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਸੱਚੇ ਕੀ ਸਭ ਸੱਚੀ ਕਰਨੀ। ਸੱਚੇ ਮਨੁੱਖ ਦੀ ਭਾਉ ਭਗਤੀ ਦੀ ਕਰਨੀ ਵੀ ਸਾਰੀ ਸੱਚੀ ਹੈ। ਹਉਮੈ ਤਿਖਾ ਨਿਵਾਰੀ ਹੈ। ਜਿਸ ਨੇ ਆਪਣੇ ਅੰਦਰੋਂ ਹੰਗਤਾ ਮਮਤਾ ਅਤੇ ਤ੍ਰਿਸ਼ਨਾ ਨਿਵਰਤ ਕਰ ਲਈ ਹੈ। ਮਾਇਆ ਮੋਹ ਸਭ ਆਪੇ ਕੀਨਾ। ਮਾਇਆ ਦਾ ਮੋਹ ਆਦਿਕ ਸਭ ਕੁਝ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ। ਗੁਰਮੁਖ ਵਿਰਲਾ ਕਿਨਹੀ ਚੀਨਾ। ਕਿਸੇ ਮਿਰਲੇ ਟਾਵੇਂ ਡਾਵੇਂ ਗੁਰਮੁਖ ਨੇ ਹੀ ਇਸ ਭੇਦ ਨੂੰ ਜਾਣਿਆ ਹੈ। ਗੁਰਮੁਖ ਹੋਵੈ ਸੋ ਸੱਚ ਕਮਾਵੈ। ਜੋ ਗੁਰਮੁਖ ਹੁੰਦੇ ਨੇ ਉਹ ਸੱਚੇ ਨਾਮ ਨੂੰ ਕਮਾਉਂਦੇ ਹਨ। ਸਾਚੀ ਕਰਨੀ ਸਾਰੀ ਹੈ। ਉਹਨਾਂ ਦੀ ਜੋ ਭਗਤੀ ਰੂਪ ਕਰਨੀ ਹੈ ਉਹ ਸੱਚੀ ਅਤੇ ਸ੍ਰੇਸ਼ਟ ਹੈ। ਕਾਰ ਕਮਾਈ ਜੋ ਮੇਰੇ ਪ੍ਰਭ ਪਾਈ। ਗੁਰਮੁਖਾਂ ਨੇ ਉਹੀ ਕਾਰ ਕਮਾਈ ਹੈ ਜੋ ਮੇਰੇ ਪਰਮੇਸ਼ਰ ਨੂੰ ਪਾਈ ਹੈ। ਕਿਹੜੀ ਪਾਈ ਹੈ? ਭਗਤੀ ਦੀ ਕਾਰ ਜਾਂ ਪ੍ਰਤੱਖ ਬਿਲਡਿੰਗ ਗੁਰੂ ਘਰ ਦੀ ਇਮਾਰਤ ਦੀ ਕਾਰ ਸੇਵਾ। ਇਉਂ ਇਹ ਜਿਹੜੇ ਗੁਰਮੁਖ ਨੇ ਉਹ ਮਹਾਰਾਜ ਦਾ ਨਾਮ ਜਪਣ ਜਪਾਉਣ ਰੂਪ ਕਾਰ ਸੇਵਾ ਕਰਦੇ ਨੇ, ਜੋ ਵਾਹਿਗੁਰੂ ਜੀ ਨੂੰ ਚੰਗੀ ਲੱਗੀ ਹੈ। ਹਉਮੈ ਤ੍ਰਿਸ਼ਨਾ ਸ਼ਬਦ 부ਝਾਈ। ਉਹਨਾਂ ਨੇ ਹੰਗਤਾ ਮਮਤਾ ਅਤੇ ਪਦਾਰਥਾਂ ਦੀ ਤ੍ਰਿਸ਼ਨਾ ਰੂਪ ਅੱਗ ਗੁਰਾਂ ਦੇ ਉਪਦੇਸ਼ ਰੂਪ ਜਲ ਦੇ ਨਾਲ
ਬੁਝਾ ਲਈ ਹੈ। ਗੁਰਮਤਿ ਸਾਧਹੀ ਅੰਤਰ ਸੀਤਲ। ਗੁਰਾਂ ਦੀ ਸਿੱਖਿਆ ਦੁਆਰਾ ਗੁਰਮੁਖਾਂ ਦਾ ਜੋ ਹਿਰਦਾ ਹੈ ਹਮੇਸ਼ਾ ਹੀ ਠੰਡਾ ਹੋ ਜਾਂਦਾ ਹੈ। ਮੈਂ ਮਾਰ ਨਿਵਾਰੀ ਹੈ। ਕਿਉਂਕਿ ਉਹਨਾਂ ਨੇ ਹੰਤਾ ਮਮਤਾ ਮਾਰ ਕੇ ਨਿਵਰਤ ਕਰ ਲਈ ਹੈ। ਸੱਚ ਲੱਗੇ ਤਿਨ ਸਭ ਕਿਛ ਭਾਵੈ। ਜੋ ਸੱਚੇ ਨਾਮ ਦੇ ਜਪਣ ਜਪਾਉਣ ਵਿੱਚ ਲੱਗੇ ਹੋਏ ਨੇ ਤਿਨਾਂ ਨੂੰ ਵਾਹਿਗੁਰੂ ਦਾ ਕੀਤਾ ਹੋਇਆ ਸਭ ਕੁਝ ਪਾਉਂਦਾ ਚੰਗਾ ਲੱਗਦਾ ਹੈ। ਸੱਚਾ ਸਬਦੇ ਸੱਚ ਸੁਹਾਵੈ। ਉਹ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਪਰਮੇਸ਼ਰ ਦੇ ਸਰੂਪ ਦੇ ਵਿੱਚ ਦਰ ਦੇ ਵਿੱਚ ਸ਼ੋਭਨੀਕ ਹੁੰਦੇ ਹਨ। ਐਥੈ ਸਾਚੇ ਸੇ ਦਰ ਸਾਚੇ। ਜੋ ਇਸ ਲੋਕ ਦੇ ਵਿੱਚ ਸੱਚੇ ਨਾਮ ਦੇ ਵਿੱਚ ਜੁੜੇ ਨੇ ਜਾਂ ਸੱਚੇ ਜੀਵਨ ਵਾਲੇ ਨੇ ਉਹ ਪਰਮੇਸ਼ਰ ਦੇ ਸੱਚਖੰਡ ਉਪਦਵਾਰ ਵਿੱਚ ਸੱਚੇ ਹੁੰਦੇ ਹਨ। ਨਦਰੀ ਨਦਰ ਸਵਾਰੀ ਹੈ। ਕਿਰਪਾ ਦ੍ਰਿਸ਼ਟੀ ਕਰਨ ਵਾਲੇ ਪਰਮਾਤਮਾ ਨੇ ਆਪਣੀ ਮਿਹਰ ਕਰਕੇ ਉਹਨਾਂ ਦੀ ਬਿਰਤੀ ਸ਼ੁਭ ਗੁਣਾਂ ਦੇ ਨਾਲ ਸੰਵਾਰ ਦਿੱਤੀ ਹੈ। ਸਾਚੇ ਜੋ ਦੂਜਾ ਲਾਇਆ। ਸੱਚੇ ਨਾਮ ਤੋਂ ਬਿਨਾਂ ਜੋ ਦ્વੈਤ ਭਾਵ ਦੇ ਵਿੱਚ ਲਾਇਆ ਹੈ ਜਾਂ ਜੋ ਲੱਗਿਆ ਹੋਇਆ ਹੈ। ਮਾਇਆ ਮੋਹ ਦੁੱਖ ਸਬਾਇਆ। ਮਾਇਆ ਦੇ ਮੋਹ ਕਰਕੇ ਉਸਨੇ ਬਹੁਤ ਸਾਰਾ ਦੁੱਖ ਕਸ਼ਟ ਪਾਉਣਾ ਕੀਤਾ ਹੈ। ਬਿਨ ਗੁਰ ਦੁੱਖ ਸੁਖ ਜਾਪੈ ਨਾਹੀ। ਗੁਰੂ ਸਾਹਿਬ ਜੀ ਤੋਂ ਬਿਨਾਂ ਦੁੱਖ ਸੁਖ ਦਾ ਗਿਆਨ ਜਾਣਿਆ ਨਹੀਂ ਜਾਂਦਾ। ਇਸੇ ਪ੍ਰਕਾਰ ਬਿਨ ਗੁਰ ਦੁੱਖ ਸੁਖ ਜਾਪੈ ਨਾਹੀ। ਗੁਰਾਂ ਤੋਂ ਬਿਨਾਂ ਦੁੱਖ ਦੀ ਨਿਵਰਤੀ ਅਤੇ ਸੁਖ ਦੀ ਪ੍ਰਾਪਤੀ ਬਾਰੇ ਜਾਣਿਆ ਨਹੀਂ ਜਾਂਦਾ। ਮਾਇਆ ਮੋਹ ਦੁਖ ਭਾਰੀ ਹੈ। ਸਗੋਂ ਮਾਇਆ ਦੇ ਮੋਹ ਕਰਕੇ ਅਗਿਆਨ ਦਾ ਜੰਮਣ ਮਰਨ ਦਾ ਬਹੁਤ ਭਾਰੀ ਵੱਡਾ ਦੁੱਖ ਪ੍ਰਾਪਤ ਹੁੰਦਾ ਰਹਿੰਦਾ ਹੈ। ਸਾਚਾ ਸ਼ਬਦ ਜਿਨਾ ਮਨ ਪਾਇਆ। ਗੁਰਾਂ ਦਾ ਸੱਚਾ ਉਪਦੇਸ਼ ਜਿਨ੍ਹਾਂ ਦੇ ਮਨ ਜਿਨ੍ਹਾਂ ਦੇ ਹਿਰਦੇ ਵਿੱਚ ਚੰਗਾ ਲੱਗਿਆ ਹੈ। ਪੂਰਬ ਲਿਖਿਆ ਤਿਨੀ ਕਮਾਇਆ। ਤਿਨਾਂ ਨੇ ਪੂਰਬਲੇ ਜਨਮਾਂ ਦੇ ਲਿਖੇ ਹੋਏ ਸੰਸਕਾਰਾਂ ਅਨੁਸਾਰ ਗੁਰ ਉਪਦੇਸ਼ ਨੂੰ ਕਮਾਇਆ ਹੈ। ਸੱਚੂ ਸੀਵ ਹੈ ਸੱਚ ਧਿਆਵ ਹੈ। ਉਹ ਬਾਣੀ ਕਰਕੇ ਸੱਚੇ ਨੂੰ ਹੀ ਸੇਵਦੇ ਨੇ ਮਨ ਕਰਕੇ ਸੱਚੇ ਨਾਮ ਨੂੰ ਹੀ ਧਿਆਉਂਦੇ ਹਨ। ਸੱਚ ਰਤੇ ਵਿਚਾਰੀ ਹੈ। ਅਤੇ ਸਰੀਰ ਕਰਕੇ ਵੀ ਸੱਚੇ ਪ੍ਰਭੂ ਦੇ ਵਿੱਚ ਰੰਗੇ ਹੋਏ ਸੱਚ ਸਰੂਪ ਦੀ ਵਿਚਾਰ ਕਰਦੇ ਰਹਿੰਦੇ ਹਨ। ਗੁਰ ਕੀ ਸੇਵਾ ਮਿੱਠੀ ਲਾਗੀ। ਜਿਨ੍ਹਾਂ ਨੂੰ ਗੁਰਾਂ ਦੀ ਸੇਵਾ ਟਹਿਲ ਭਗਤੀ ਕਰਨੀ ਮਿੱਠੀ ਪਿਆਰੀ ਲੱਗਦੀ ਹੈ। ਅਨ ਦਿਨ ਸੁਖ ਸਹਿਜ ਸਮਾਧੀ। ਦਿਨ ਰਾਤ ਉਹਨਾਂ ਦੀ ਸੁਖ ਸਰੂਪ ਦੇ ਵਿੱਚ ਸੁਭਾਵਕ ਹੀ ਸਮਾਧੀ ਲੱਗੀ ਰਹਿੰਦੀ ਹੈ। ਭਾਵ ਮਨ ਦਾ ਟਿਕਾਊ ਬਣਿਆ ਰਹਿੰਦਾ ਹੈ। ਹਰ ਹਰ ਕਰਤਿਆ ਮਨ ਨਿਰਮਲ ਹੋਆ। ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਸਿਮਰਨ ਕਰਦੇ ਆ ਉਹਨਾਂ ਦਾ ਜੋ ਮਨ ਹਿਰਦਾ ਹੈ ਉਜਲ ਹੋ ਜਾਂਦਾ ਹੈ। ਗੁਰ ਕੀ ਸੇਵ ਪਿਆਰੀ ਹੈ। ਇਸ ਕਰਕੇ ਉਹਨਾਂ ਨੂੰ ਗੁਰਾਂ ਦੀ ਸੇਵਾ ਗੁਰਾਂ ਦੀ ਟਹਿਲ ਕਰਨੀ ਪਿਆਰੀ ਲੱਗਦੀ ਹੈ। ਜਨ ਸੁਖੀਏ ਸਤਿਗੁਰ ਸੱਚੇ ਲਾਏ। ਉਹ ਪੁਰਖ ਸਦਾ ਸੁਖੀ ਹਨ ਜੋ ਸਤਿਗੁਰਾਂ ਨੇ ਸੱਚੇ ਨਾਮ ਜਪਣ ਦੇ ਵਿੱਚ ਲਾ ਲਏ ਨੇ। ਆਪੇ ਭਾਣੇ ਆਪ ਮਿਲਾਏ। ਫਿਰ ਆਪ ਹੀ ਆਪਣੇ ਹੁਕਮ ਦੇ ਵਿੱਚ ਚੱਲਦੇ ਹੋਏ ਜਾਣ ਕੇ ਵਾਹਿਗੁਰੂ ਜੀ ਨੇ ਆਪਣੇ ਸਰੂਪ ਦੇ ਵਿੱਚ ਮਿਲਾ ਲਏ ਹਨ। ਸਤਿਗੁਰ ਰਾਖੇ ਸੇ ਜਨ ਉਬਰੇ। ਜੋ ਪੁਰਖ ਸਤਿਗੁਰਾਂ ਨੇ ਆਪਣੀ ਸ਼ਰਨ ਵਿੱਚ ਰੱਖ ਲਏ ਨੇ ਉਹ ਪੁਰਖ ਮਾਇਆ ਦੇ ਮੋਹ ਤੋਂ ਬਚੇ ਹਨ। ਹੋਰ ਮਾਇਆ ਮੋਹ ਖੁਆਰੀ ਹੈ।
ਬਾਕੀ ਹੋਰ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਲੱਗ ਕੇ ਖਰਾਬ ਹੋ ਰਹੀ ਹੈ। ਗੁਰਮੁਖ ਸਾਚਾ ਸ਼ਬਦ ਪਛਾਤਾ, ਗੁਰਮੁਖ ਜਨਾਂ ਨੇ ਗੁਰਾਂ ਦੀ ਉਪਦੇਸ਼ ਦੁਆਰਾ ਸੱਚਾ ਪ੍ਰਭੂ ਪਹਿਚਾਨਣਾ ਕੀਤਾ ਹੈ। ਨਾ ਤਿਸ ਕੁਟੰਬ ਨਾ ਤਿਸ ਮਾਤਾ, ਇਸ ਪਰਮਾਤਮਾ ਦਾ ਨਾ ਤਾਂ ਕੋਈ ਪਰਿਵਾਰ ਤੇ ਨਾ ਹੀ ਉਸ ਦੀ ਕੋਈ ਮਾਂ ਹੈ। ਏਕੋ ਏਕ ਰਵਿਆ ਸਭ ਅੰਤਰ, ਇੱਕੋ ਇੱਕ ਅਦਵੈ ਸਰੂਪ ਪਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਵਿਆਪਕ ਹੋ ਰਿਹਾ ਹੈ। ਸਭਨਾ ਜੀਆ ਕਾ ਆਧਾਰੀ ਹੈ, ਉਹੀ ਸਾਰੇ ਜੀਵਾਂ ਦਾ ਆਸਰਾ ਰੂਪ ਹੈ। ਮੈਂ ਮੇਰਾ ਦੂਜਾ ਪਾਇਆ, ਜਿਸ ਨੂੰ ਹੰਗਤਾ ਮਮਦਾ ਮੇਰ ਤੇਰ ਅਤੇ ਦਵੈਤ ਭਾਵ ਚੰਗਾ ਲੱਗਦਾ ਹੈ। ਨਾ ਚੱਲੈ ਧੁਰ ਖਸਮ ਲਿਖ ਪਾਇਆ, ਉਸ ਦਾ ਕੁਝ ਵੀ ਜ਼ੋਰ ਨਹੀਂ ਜਲਦਾ। ਤੁਰ ਦਰਗਾਹੋਂ ਹੀ ਉਹਨਾਂ ਦੀ ਕਰਨੀ ਅਨੁਸਾਰ ਮਾਲਕ ਪਰਮੇਸ਼ਰ ਨੇ ਲੇਖ ਲੈ ਕੇ ਪਾਇਆ ਹੈ। ਸਾਚੇ ਤੇ ਸਾਚ ਕਮਾਵਹਿ, ਜੋ ਸੱਚੇ ਗੁਰਾਂ ਤੋਂ ਸੱਚਾ ਨਾਮ ਪ੍ਰਾਪਤ ਕਰਕੇ ਕਮਾਉਣਾ ਕਰਦਾ ਭਾਵ ਅਭਿਆਸ ਕਰਦਾ ਹੈ। ਸਾਚੈ ਦੁਖ ਨਿਵਾਰੀ ਹੈ, ਉਸ ਦੇ ਜੰਮਣ ਮਰਨ ਆਦਿਕ ਦੇ ਦੁੱਖ ਕਸ਼ਟ ਦੀ ਪੀੜਾ ਸੱਚੇ ਗੁਰਾਂ ਨੇ ਨਿਵਰਤ ਕਰ ਦਿੱਤੀ, ਮੇੜ ਦਿੱਤੀ ਹੈ। ਜਾ ਤੂੰ ਦੇਹ ਸਦਾ ਸੁਖ ਪਾਏ, ਇਹ ਪਰਮਾਤਮਾ ਜਾਂ ਤੂੰ ਆਪ ਕਿਸੇ ਨੂੰ ਐਸੇ ਗੁਰਾਂ ਦੀ ਸੰਗਤ ਜਾਂ ਸ਼ਰਨ ਦੇਣਾ ਕਰੇ ਤਾਂ ਹੀ ਉਹ ਸਦਾ ਰਹਿਣ ਵਾਲੇ ਆਤਮਿਕ ਸੁਖ ਨੂੰ ਪਾਉਣਾ ਕਰਦਾ ਹੈ। ਸਾਚਾ ਸਬਦੇ ਸਾਚ ਕਮਾਏ, ਉਹ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਨਾਮ ਨੂੰ ਕਮਾਉਣਾ ਕਰਦਾ ਹੈ। ਅੰਦਰ ਸਾਚਾ ਮਨ ਤਨ ਸਾਚਾ, ਜਿਸ ਦੇ ਹਿਰਦੇ ਵਿੱਚ ਸੱਚਾ ਨਾਮ ਵਸਿਆ ਹੈ ਉਸ ਦਾ ਮਨ ਅੰਤःਕਰਨ ਅਤੇ ਤਨ ਸਰੀਰ ਵੀ ਸੱਚਾ ਭਾਵ ਸਫਲਾ ਹੈ। ਜਾਂ ਉਸ ਦੇ ਮਨ ਦੇ ਤਨ ਵਿੱਚ ਸੱਚਾ ਪ੍ਰਭੂ ਪ੍ਰਗਟ ਹੋ ਗਿਆ ਹੈ, ਕਿਉਂਕਿ ਉਸ ਦੇ ਹਿਰਦੇ ਅੰਦਰ ਭਗਤ ਭਰੇ ਭੰਡਾਰੀ ਹੈ, ਭਗਤੀ ਦੇ ਖਜ਼ਾਨੇ ਭਰੇ ਹੋਏ ਨੇ। ਜਾਂ ਭਗਤੀ ਨਾਲ ਭਰਿਆ ਹੋਇਆ ਪਰਮੇਸ਼ਰ ਦੇ ਦਰ ਦਾ ਖਜ਼ਾਨਚੀ ਹੈ। ਆਪੇ ਵੇਖੈ ਹੁਕਮ ਚਲਾਏ, ਪਰਮਾਤਮਾ ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਦਾ ਹੈ, ਆਪ ਹੀ ਸਭ ਨੂੰ ਆਪਣੇ ਹੁਕਮ ਦੇ ਵਿੱਚ ਚਲਾਉਣਾ ਕਰਦਾ ਹੈ। ਆਪਣਾ ਭਾਣ ਆਪ ਕਰਾਏ, ਆਪ ਦਾ ਹੁਕਮ ਆਪ ਹੀ ਜੀਵਾਂ ਪਾਸੋਂ ਮਨਾਉਣਾ ਕਰਾਉਂਦਾ ਹੈ। ਨਾਨਕ ਨਾਮ ਰਤੇ ਬੈਰਾਗੀ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਹੋਏ ਹਨ ਉਹ ਪੂਰਨ ਵੈਰਾਗਵਾਨ ਹਨ। ਮਨ ਤਨ ਰਸਨਾ ਨਾਮ ਸਵਾਰੀ ਹੈ, ਉਹਨਾਂ ਨੇ ਆਪਣੇ ਮਨ ਹਿਰਦੇ ਤਨ ਸਰੀਰ ਨੂੰ ਨਾਮ ਕਰਕੇ ਸੰਵਾਰਿਆ ਹੈ ਅਤੇ ਰਸਨਾ ਜ਼ਬਾਨ ਵੀ ਨਾਮ ਦੇ ਵਿੱਚ ਸਵਾਰਨਾ ਕੀਤੀ ਹੈ। ਮਾਰੂ ਮਹਲਾ ਤੀਜਾ, ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਾਰੂ ਰਾਗ ਵਿੱਚ ਸ਼ੋਭਾਮ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਆਪੇ ਆਪ ਉਪਾਏ ਉਪੰਨਾ, ਉਤਪਤੀ ਕਰਨ ਵਾਲੇ ਪਰਮੇਸ਼ਰ ਨੇ ਆਪ ਹੀ ਆਪਣੇ ਆਪ ਤੋਂ ਸਭ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ। ਸਭ ਮੈਂ ਵਰਤੈ ਏਕ ਪਰਛਨਾ, ਇੱਕ ਪ੍ਰਭੂ ਹੀ ਗੁਪਤ ਰੂਪ ਹੋ ਕੇ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ। ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁਝਹਿ ਗਵਾਰੀ। ਸਭਨਾ ਸਾਰ ਕਰੀ ਜਗ ਜੀਵਨ, ਜਗਤ ਦਾ ਜੀਵਨ ਨੂੰ ਪਰਮਾਤਮਾ ਸਾਰਿਆਂ ਜੀਵਾਂ ਦੀ ਸੰਭਾਲ ਕਰਦਾ ਹੈ। ਜਿਨ ਆਪਣਾ ਆਪ ਪਛਾਤਾ ਹੈ, ਇਹ ਗਿਆਨ ਉਹਨਾਂ ਨੂੰ ਹੋਇਆ ਹੈ ਜਿਨ੍ਹਾਂ ਨੇ ਪ੍ਰਭੂ ਨੂੰ ਆਪਣਾ ਆਪ ਰੂਪ ਕਰਕੇ ਪਹਿਚਾਨਣਾ ਕੀਤਾ ਹੈ। ਜਿਨ
ब्रह्मा विष्णु महेश उपाई। जिस परमेश्वर ने ब्रह्मा विष्णु शिव जी आदि देवते पैदा किए ਹਨ। सिर धंदा आपे लाए। फिर सिर बसिर ਧੰਦਿਆਂ ਵਿੱਚ ਵੀ ਉਸ ਪਰਮਾਤਮਾ ਨੇ ਆਪ ਹੀ ਲਾਉਣਾ ਕੀਤੇ ਨੇ। ਭਾਵ ਬ੍ਰਹਮਾ ਨੂੰ ਉਤਪਤੀ, ਵਿਸ਼ਨੂੰ ਨੂੰ ਪਾਲਣ ਅਤੇ ਸ਼ਿਵ ਜੀ ਨੂੰ ਸੰਘਾਰ ਕਰਨ ਵਾਸਤੇ ਲਾਇਆ ਹੋਇਆ ਹੈ। ਭਾਵੈ ਸਿਆਪੇ ਮਿਲੇ। ਜਿਸ ਦੀ ਸ਼ਰਧਾ ਪ੍ਰਭੂ ਨੂੰ ਭਾ ਜਾਂਦੀ ਹੈ ਤੇ ਇਸ ਨੂੰ ਆਪ ਹੀ ਆਪਣੇ ਸਰੂਪ ਦੇ ਨਾਲ ਮੇਲ ਲੈਂਦਾ ਹੈ। ਗੁਰਮੁਖ ਏਕੋ ਜਾਤਾ ਹੈ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਅਦਵੈਤ ਸਰੂਪ ਨੂੰ ਜਾਣਿਆ ਉਹ ਵੀ ਤਰ ਗਏ ਹਨ। ਆਵਾਗਾਉਣ ਹੈ ਸੰਸਾਰਾ। ਇਹ ਸਭ ਸੰਸਾਰ ਆਉਣ ਜਾਣ ਵਾਲਾ ਹੈ। ਮਾਇਆ ਮੋਹ ਬਹੁ ਚਿਤੈ ਵਿਕਾਰਾ। ਮਾਇਆ ਦੇ ਮੋਹ ਵਿੱਚ ਪਏ ਹੋਏ ਜੀਵ ਬਹੁਤੇ ਵਿਕਾਰਾਂ ਨੂੰ ਹੀ ਚਿਤਵਦੇ ਰਹਿੰਦੇ ਹਨ। ਫਿਰ ਸਾਚਾ ਸਾਲਾਹੀ ਸਾਧਹੀ। ਉਹ ਹਮੇਸ਼ਾ ਹੀ ਅਸਥਿਤ ਰਹਿਣ ਵਾਲੇ ਸੱਚੇ ਪ੍ਰਭੂ ਨੂੰ ਸਲਾਉਂਦੇ ਰਹਿੰਦੇ ਹਨ। ਜਿਨ ਗੁਰ ਕਾ ਸ਼ਬਦ ਪਛਾਤਾ ਹੈ। ਜਿਸ ਨੇ ਗੁਰਾਂ ਦਾ ਉਪਦੇਸ਼ ਪਹਿਚਾਨਣਾ ਕੀਤਾ ਹੈ। ਇੱਕ ਮੂਲ ਲਗੇ ਉਹਨੀ ਸੁਖ ਪਾਇਆ। ਇੱਕ ਜੋ ਮੁੱਢ ਪਰਮਾਤਮਾ ਦੇ ਸਿਮਰਨ ਭਜਨ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਆਤਮਿਕ ਸੁਖ ਨੂੰ ਪਾਇਆ ਹੈ। ਚਾਲੀ ਲਾਗੇ ਤਿਨੀ ਜਨਮ ਗਵਾਇਆ। ਜੋ ਟਾਹਣੀਆਂ ਦੀ ਤਰ੍ਹਾਂ ਦੇਵੀ ਦੇਵਤਿਆਂ ਦੀ ਉਪਾਸਨਾ ਪਦਾਰਥਾਂ ਦੀ ਇੱਛਾ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਆਪਣਾ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ ਹੈ। ਅੰਮ੍ਰਿਤ ਫਲ ਤਿਨ ਜਨ ਕਉ ਲਾਗੇ। ਤਿੰਨਾਂ ਗੁਰਮੁਖ ਜਨਾਂ ਨੂੰ ਹੀ ਗਿਆਨ ਵੈਰਾਗ ਬ੍ਰਹਮਾਨੰਦ ਰੂਪ ਫਲ ਲੱਗਦੇ ਭਾਵ ਪ੍ਰਾਪਤ ਹੁੰਦੇ ਹਨ। ਜੋ ਬੋਲ ਹੈ ਅੰਮ੍ਰਿਤ ਬਾਤਾ ਹੈ। ਜੋ ਅੰਮ੍ਰਿਤ ਨਾਮ ਦੀਆਂ ਬਾਤਾਂ ਨੂੰ ਬੋਲਦੇ ਭਾਵ ਨਾਮ ਅੰਮ੍ਰਿਤ ਦੀਆਂ ਹੀ ਗੱਲਾਂ ਕਥਾ ਕਹਾਣੀਆਂ ਕਰਦੇ ਨੇ। ਹਮ ਗੁਣ ਨਾਹੀ ਕਿਆ ਬੋਲ ਹੈ ਬੋਲ। हे परमात्मा हमारे ਵਿੱਚ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ ਹੈ। ਮੈਂ ਤੇਰੇ ਸਨਮੁਖ ਕਿਹੜੇ ਬਚਨ ਬੋਲਣਾ ਕਰਾਂ ਜੀ। ਤੂੰ ਸਭਨਾ ਦੇਖੈ ਤੁਲ ਹੈ ਤੂਲ। ਤੂੰ ਸਭਨਾਂ ਦੀ ਕਰਨੀ ਨੂੰ ਵੇਖਦਾ ਹੈ ਅਤੇ ਉਹਨਾਂ ਦੇ ਕਰਮਾਂ ਦੀ ਵਿਚਾਰ ਨੂੰ ਵਿਚਾਰਦਾ ਹੈ। ਜਾਂ ਸ਼ਾਸਤਰ ਪ੍ਰਮਾਣ ਰੂਪ ਵੱਟੇ ਪਾ ਕੇ ਵਿਚਾਰ ਰੂਪੀ ਤਕੜੀ ਨਾਲ ਉਹਨਾਂ ਦੇ ਕਰਮਾਂ ਨੂੰ ਤੋੜਦਾ ਹੈ। ਜੋ ਭਾਵੈ ਤਿਉ ਰਾਖੈ ਰਹਿਣਾ। ਇਹ ਪਰਮਾਤਮਾ ਜਿਵੇਂ ਤੈਨੂੰ ਮਾਉਂਦਾ ਹੈ ਤਿਵੇਂ ਰੱਖਦਾ ਹੈ ਅਤੇ ਸਾਡਾ ਵੀ ਤੇਰੇ ਹੁਕਮ ਵਿੱਚ ਹੀ ਰਹਿਣਾ ਹੁੰਦਾ ਹੈ। ਗੁਰਮੁਖ ਏਕੋ ਜਾਤਾ ਹੈ। ਗੁਰਮੁਖ ਜਨਾਂ ਨੇ ਇੱਕ ਤੈਨੂੰ ਹੀ ਆਪਣਾ ਆਸਰਾ ਜਾਣਿਆ ਹੈ। ਤੁਧ ਭਾਣਾ ਤਾ ਸੱਚੀ ਕਾਰੈ ਲਾਏ। ਜਦ ਤੇਰਾ ਹੁਕਮ ਹੋਇਆ ਜਾਂ ਜਦੋਂ ਤੈਨੂੰ ਚੰਗਾ ਲੱਗਦਾ ਹੈ ਤਦੋਂ ਤੂੰ ਜੀਵਾਂ ਨੂੰ ਆਪ ਦੀ ਭਗਤੀ ਰੂਪ ਸੱਚੀ ਕਾਰ ਵਿੱਚ ਲਾਉਣਾ ਕਰਦਾ ਹੈ। ਅਵਗਣ ਛੋੜ ਗੁਣ ਮਾਹੀ ਸਮਾਈ। ਫਿਰ ਉਹ ਗੁਨਾਹ ਛੱਡ ਕੇ ਤੇਰੇ ਗੁਣਾਂ ਦੇ ਵਿੱਚ ਅਭੇਦ ਹੋ ਜਾਂਦੇ ਨੇ ਜਾਂ ਉਹਨਾਂ ਨੂੰ ਔਗਣ ਛੱਡ ਗਏ ਨੇ ਅਤੇ ਉਹਨਾਂ ਦੇ ਹਿਰਦੇ ਵਿੱਚ ਸ਼ੁਭ ਗੁਣ ਸਮਾ ਗਏ ਹਨ। ਗੁਣ ਮਹਿ ਏਕੋ ਨਿਰਮਲ ਸਾਚਾ। ਗੁਣਾਂ ਵਿੱਚ ਚਿੱਤ ਜੋੜਨ ਨਾਲ ਜੋ ਇੱਕ ਅਦਵੈਤ ਸਰੂਪ ਸੱਚਾ ਅਤੇ ਉਜਲ ਪ੍ਰਭੂ ਹੈ ਕੈ ਸ਼ਬਦ ਪਛਾਤਾ ਹੈ। ਉਸ ਨੂੰ ਗੁਰਾਂ ਦੇ ਉਪਦੇਸ਼ ਵਿੱਚ ਜੁੜ ਕੇ ਪਹਿਚਾਨ ਲਈਦਾ ਹੈ। ਦੇਖਾ ਤੈ ਏਕੋ ਸੋਈ। ਮੈਂ ਜਿੱਥੇ ਵੇਖਦਾ ਹਾਂ ਉੱਥੇ ਇੱਕ ਉਹੀ ਪਰਮਾਤਮਾ ਵਿਆਪਕ ਹੈ। ਦੂਜੀ ਦੁਰਮਤ ਸਬਦੇ ਖੋਈ। ਦਵੈਤ ਪਾਉਣ ਵਾਲੀ ਖੋਟੀ ਮਤ ਗੁਰਾਂ ਦੇ ਉਪਦੇਸ਼ ਦੁਆਰਾ
ਨਾਸ਼ ਕਰ ਲਈ ਹੈ। ਸਮੈ ਪ੍ਰਭ ਏਕ ਸਮਾਣਾ। ਇੱਕ ਸੰਸਾਰ ਵਿੱਚ ਅਦਵੈਤ ਸਰੂਪ ਪ੍ਰਭੂ ਸਮਾਇਆ ਹੋਇਆ ਵਿਆਪਕ ਹੈ, ਜਾਂ ਅਧਿਆਸਤ ਰੂਪ ਦੇ ਕਲਪਤ ਸੰਸਾਰ ਇੱਕ ਪ੍ਰਭੂ ਵਿੱਚੋਂ ਹੀ ਪੈਦਾ ਹੋਇਆ ਹੈ, ਅਤੇ ਉਹ ਅਧਿਸ਼ਟਾਨ ਰੂਪ ਇੱਕ ਪਰਮਾਤਮਾ ਇਸ ਵਿੱਚ ਮਿਲ ਰਿਹਾ ਹੈ। ਆਪਣੇ ਰੰਗ ਸਾਧ ਰਾਤਾ ਹੀ। ਉਹ ਆਪ ਦੇ ਆਨੰਦ ਵਿੱਚ ਹੀ ਹਮੇਸ਼ਾ ਰੰਗਿਆ ਰਹਿੰਦਾ ਹੈ। ਕਾਇਆ ਕਮਲ ਹੈ ਕੁਮਲਾਣਾ। ਇਹ ਜੋ ਕਾਇਆ ਰੂਪੀ ਕਮਲ ਹੈ, ਜਵਾਨ ਅਵਸਥਾ ਰੂਪ ਪੰਖੜੀਆਂ ਦੇ ਸਹਿਤ ਹੈ, ਪ੍ਰਲਬਧ ਰੂਪੀ ਸੂਰਜ ਦੇ ਕਾਰਨ ਖਿੜ ਰਿਹਾ ਹੈ, ਪਰ ਬਿਰਧ ਅਵਸਥਾ ਰੂਪੀ ਰਾਤ ਹੋਣ ਕਾਰਨ ਇਹ ਮੁਰਝਾ ਜਾਂਦਾ ਹੈ। ਬਿਰਧ ਭਇਆ ਤਨ ਸੀਜੈ ਦੇਹੀ। ਮਨ ਮੁਖ ਸ਼ਬਦ ਨਾ ਬੂਝੈ ਇਆਣਾ। ਪਰ ਇਆਣਾ ਅਗਿਆਨੀ ਮਨਮੁਖ ਪੁਰਖ ਗੁਰਾਂ ਦੇ ਉਪਦੇਸ਼ ਨੂੰ ਸਮਝਦਾ ਨਹੀਂ ਹੈ। ਗੁਰ ਪ੍ਰਸਾਦੀ ਕਾਇਆ ਖੋਜੀ। ਸਤਿਗੁਰਾਂ ਦੀ ਕਿਰਪਾ ਕਰਕੇ ਜੋ ਆਪਣੀ ਕਾਇਆ ਦੇਹ ਨੂੰ ਖੋਜਣਾ ਕਰਦਾ ਹੈ, ਆਈ ਜਗ ਜੀਵਨ ਦਾਤਾ ਹੀ। ਉਹ ਜਗਤ ਦੇ ਜੀਵਨ ਅਤੇ ਦਾਤਾਰ ਪਰਮਾਤਮਾ ਨੂੰ ਪਾ ਲੈਂਦਾ ਹੈ। ਕੋਟ ਗਹੀ ਕੇ ਪਾਪ ਨਿਵਾਰੇ। ਪਰਮਾਤਮਾ ਨੇ ਉਹਨਾਂ ਗੁਰਮੁਖਾਂ ਦੇ ਕਰੋੜਾਂ ਗ੍ਰਹਿ ਭਾਵ ਸਰੀਰ ਅਰਥਾਤ ਜਨਮਾਂ ਜਨਮਾਂਤਰਾਂ ਦੇ ਪਾਪ ਨਿਵਰਤ ਕਰ ਦਿੱਤੇ ਹਨ, ਜਾਂ ਕਰੋੜਾਂ ਗਹੀ ਦਿਨਾਂ ਦੇ ਪਾਪ ਨਿਵਰਤ ਕਰ ਦਿੱਤੇ ਨੇ, ਜਾਂ ਸਰੀਰ ਰੂਪ ਕਿਲੇ ਨੂੰ ਗਹੀ ਗ੍ਰਸਣ ਵਾਲੇ ਪਾਪ ਨਾਸ਼ ਕਰ ਦਿੱਤੇ ਹਨ। ਸਦਾ ਹਰਿ ਜੀਉ ਰਾਖੈ ਉਰ ਧਾਰੇ। ਜਿਹੜੇ ਹਰੀ ਪਰਮੇਸ਼ਰ ਜੀ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਹਨ। ਜੋ ਇੱਛੇ ਸੋਈ ਫਲ ਪਾਏ। ਉਹ ਜੋ ਵੀ ਇੱਛਾ ਕਰਦੇ ਨੇ ਉਹੀ ਧਰਮ ਅਰਥ ਕਾਮ ਮੋਖ ਰੋ ਫਲ ਪਾ ਲੈਂਦੇ ਹਨ। ਜੋ ਰੰਗ ਮਜੀਠੈ ਰਾਤਾ ਹੈ। ਉਹਨਾਂ ਦਾ ਮਨ ਭਗਤੀ ਰੰਗ ਵਿੱਚ ਹੀ ਉਹ ਰੰਗਿਆ ਜਾਂਦਾ, ਜਿਵੇਂ ਮਜੀਠ ਰੰਗ ਦਾ ਰੰਗਿਆ ਹੋਇਆ ਵਸਤਰ ਹੁੰਦਾ ਹੈ। ਮਨਮੁਖ ਗਿਆਨ ਕਥੇ ਨਾ ਹੋਈ। ਮਨਮੁਖ ਪੁਰਖ ਮੂੰਹ ਤਾਂ ਗਿਆਨ ਦੀਆਂ ਗੱਲਾਂ ਕਰਦੇ ਨੇ, ਪਰ ਆਪਣੇ ਆਪ ਨੂੰ ਗਿਆਨ ਦੀ ਧਾਰਨਾ ਨਹੀਂ ਉਹਨਾਂ ਨੂੰ ਹੁੰਦੀ, ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਿਉ ਨਿਗੁਰਾ ਬਹੁ ਬਾਤਾਂ ਜਾਣੇ। ਜਿਹੜੀ ਖੋਟੀ ਇਸਤਰੀ ਹੈ ਉਹ ਗੱਲਾਂ ਬਹੁਤੀਆਂ ਜਾਣਦੀ ਹੈ। ਪਤ ਵਰਤਾ ਧਰਮ ਚ ਪਰਪੱਕ ਜੋ ਇਸਤਰੀ ਹੈ ਉਹਨਾਂ ਦਾ ਕੋਈ ਗੱਲ ਆਉਂਦੀ ਹੋਈ ਨਹੀਂ। ਇਉਂ ਜਿਹੜੇ ਨਗੁਰੇ ਬੰਦੇ ਨੇ ਉਹਨਾਂ ਕੋਲ ਗੱਲਾਂ ਬਹੁਤ ਜ਼ਿਆਦੀਆਂ ਨੇ, ਪਰ ਅੰਮ੍ਰਿਤ ਨਹੀਂ ਛਕਣਾ, ਗੁਰੂ ਵਾਲੇ ਨਹੀਂ ਬਣਨਾ। ਮਾਰੇ ਕਹਿੰਦੇ ਜਿਉ ਨਿਗੁਰਾ ਉਹ ਬਾਤਾ ਜਾਣ, ਉਹ ਹਰ ਦਰਗੇ ਹੈ ਪ੍ਰਸਤੀ। ਉਹ ਹਰੀ ਦੀ ਦਰਗਾਹ ਦੇ ਵਿੱਚ ਪ੍ਰਸਤਿਆ ਜਾਂਦਾ ਹੈ, ਕਿਉਂਕਿ ਉੱਥੇ ਗੱਲਾਂ ਨਹੀਂ ਚੱਲਦੀਆਂ, ਉੱਥੇ ਤਾਂ ਨਾਮ ਜਪਿਆ ਪ੍ਰਮਾਣ ਹੋਣਾ ਹੈ। ਗਿਆਨ ਨਾ ਗੱਲੀ ਢੋਡੀ ਹੈ, ਕਥਨਾ ਕਰੜਾ ਸਾਰ। ਗੱਲਾਂ ਦੇ ਨਾਲ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਫਿਰ ਆਵੈ ਠੌਰ ਨਾ ਕੋਈ। ਉਹ ਮੁੜ ਮੁੜ ਜੂਨਾ ਚਾਹੁੰਦੇ ਰਹਿੰਦੇ ਨੇ, ਉਹਨਾਂ ਨੂੰ ਠਹਿਰਨ ਲਈ ਕੋਈ ਵੀ ਥਾਂ ਨਹੀਂ ਮਿਲਦੀ, ਜਾਂ ਤੁਰਿਆ ਪਦ ਰੂਪੀ ਥਾਂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਗੁਰਮੁਖ ਗਿਆਨ ਸਦਾ ਸਾ ਲਾਹੇ। ਗੁਰਮੁਖਾਂ ਕੋਲ ਆਤਮਿਕ ਸਰੂਪ ਦਾ ਗਿਆਨ ਵੀ ਹੈ, ਤਾਂ ਵੀ ਉਹ ਹਮੇਸ਼ਾ ਪ੍ਰਭੂ ਨੂੰ ਸਲਾਹੁੰਦੇ ਰਹਿੰਦੇ ਹਨ। ਜੁਗ ਜੁਗ ਏਕੋ ਜਾਤਾ ਹੈ। ਉਹਨਾਂ ਨੇ ਜੁਗਾਂ ਜੁਗਾਂ ਵਿੱਚ ਅਦਵੈਤ ਸਰੂਪ ਨੂੰ ਪ੍ਰਭੂ ਨੂੰ ਹੀ ਜਾਣਨਾ ਕੀਤਾ ਹੈ। ਡਾਕਟਰ ਭਾਈ ਵੀਰ ਸਿੰਘ ਨੇ ਲਿਖਿਆ ਕਿ ਜਦ ਬੰਦਾ ਬ੍ਰਹਮ ਗਿਆਨੀ ਬਣ ਜਾਏ ਤਾਂ ਉੱਥੇ ਦੋ ਰਸਤੇ ਨਿਕਲਦੇ ਨੇ। ਇੱਕ ਰਸਤਾ ਤਾਂ ਇਹ ਹੈ ਕਿ ਭੋਰਾ ਪੁੱਟ ਕੇ ਕੰਧ ਵੱਲ ਮੂੰਹ ਕਰਕੇ ਚੁੱਪ ਕਰਕੇ ਬੈਠੇ ਰਹੋ, ਕੋਈ ਬੁਲਾਏ ਤਾਂ ਵੀ ਨਾ ਬੋਲੋ, ਰੋਟੀ ਵੀ ਨਾ ਖਾਓ, ਕਿਸੇ ਨੂੰ ਮਿਲੋ ਵੀ ਨਾ। ਇੱਕ ਰਸਤਾ ਇਹ ਹੈ, ਤੇ ਰੱਬ ਰੱਬ ਕਰਦੇ ਰਹੋ, ਆਪਦੇ ਆਪ ਵਿੱਚ ਮਸਤ ਰਹੋ, ਕਿਸੇ ਨੂੰ ਭੇਤ ਨਾ ਦਿਓ। ਦੂਜਾ ਰਸਤਾ ਇਹ ਹੈ ਕਿ ਬਾਹਰ ਨਿਕਲੋ, ਬਾਹਰ ਨਿਕਲ ਕੇ
ਸੰਗਤ ਦੇ ਵਿੱਚ ਵਿਚਰ ਕੇ ਜੋ ਗਿਆਨ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਉਹ ਗੁਰਬਾਣੀ ਦੇ ਰਾਹੀਂ ਸੰਗਤਾਂ ਵਿੱਚ ਵੰਡੋ, ਅੰਮ੍ਰਿਤ ਛਕਾਓ, ਆਪ ਜਪੋ, ਦੂਜਿਆਂ ਨੂੰ ਜਪਾਓ, ਸੇਵਾ ਕਰੋ, ਗੁਰੂ ਘਰ ਦੀਆਂ ਇਮਾਰਤਾਂ ਬਣਾਓ। ਇੱਕ ਤਾਂ ਸੇਵਾ ਹੁੰਦੀ ਹੈ ਰੱਬ ਨੂੰ ਪਾਉਣ ਵਾਸਤੇ, ਪਤੀ ਦੀ ਪ੍ਰਾਪਤੀ ਲਈ, ਤੇ ਜਿਹੜੀ ਸੇਵਾ ਪਤੀ ਨਾਲ ਵਿਆਹ ਕਰਕੇ ਕੀਤੀ ਜਾਏ ਉਹਦਾ ਆਨੰਦ ਕੁਛ ਅਲੌਕਿਕ ਹੀ ਹੁੰਦਾ। ਅਸਲੀ ਸੇਵਾ ਦਾ ਆਨੰਦ ਤਾਂ ਵਿਆਹ ਤੋਂ ਬਾਅਦ, ਇਉਂ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਵੀ ਸੇਵਾ ਸ਼ੁਰੂ ਹੁੰਦੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਖਿਆ ਕਿ ਮੈਂ ਹੂੰ ਪਰਮ ਪੁਰਖ ਕੋ ਤਾਸਾ, ਦੇਖਣ ਆਇਓ ਜਗਤ ਮਾਸਾ। ਵਾਹਿਗੁਰੂ ਦੇ ਹੁਕਮ ਨਾਲ ਉਹ ਸੰਸਾਰ ਵਿੱਚ ਆਏ। ਪਹਿਲਾਂ ਇਕੱਲੇ ਬੈਠੇ ਸੀਗੇ ਹੇਮਕੁੰਟ ਸਾਹਿਬ, 4 ਯੁੱਗਾਂ ਦੀ ਚੌਂਕੜੀ ਸਮਾਧੀ ਲਾਈ ਸੀ। ਮਹਾਰਾਜ ਨੇ ਕਿਹਾ ਵੀ ਇੰਜ ਨਹੀਂ ਸਰਨਾ, ਜੇ ਤੁਹਾਡੇ ਵਰਗੇ ਸੰਤ ਸਾਧੂ ਨਹੀਂ ਜਾਣਗੇ ਸੰਸਾਰ ਵਿੱਚ, ਉੱਥੇ ਅੱਗ ਬਲੀ ਹੋਈ ਆ, ਅੱਗ ਦੇ ਵਿੱਚ ਆਮ ਬੰਦਾ ਕਿਹੜਾ ਛਾਲ ਮਾਰ ਸਕਦਾ? ਬੰਦਾ ਸਮੁੰਦਰ 'ਚ ਡੁੱਬ ਗਿਆ ਹੈ, ਮੇਰੇ ਵਰਗੇ ਨੇ ਭਲਾ ਕੀ ਕੱਢ ਲੈਣਾ ਜਿਹਨਾਂ ਪਾਣੀ ਤੋਂ ਕਿਨਾਰੇ ਤੇ ਖੜਾ ਡਰਦਾ? ਉਹ ਤਾਂ ਟੋਬੂ ਬੰਦਾ ਹੀ ਕੱਢੂਗਾ। ਤਾਂ ਇਸ ਤਰ੍ਹਾਂ ਜੇ ਤੁਸੀਂ ਨਹੀਂ ਜਾਓਗੇ ਤਾਂ ਫਿਰ ਸਰਬੱਤ ਦਾ ਭਲਾ ਕਿਵੇਂ ਹੋਏਗਾ? ਇਹ ਸਾਧੂ ਸੰਤਾਂ ਨੂੰ ਮਹਾਰਾਜ ਸੇਵਾ ਵਿੱਚ ਲਾਉਂਦਾ ਹੈ। ਬਾਬਾ ਅਤਰ ਸਿੰਘ ਜੀ, ਮਹਾਂਪੁਰਖ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤ, ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਨਾਨਕਸਰ ਕਲੇਰਾਂ ਵਾਲੇ, ਇਹ ਸੰਗਤ ਵਿੱਚ ਵਿਚਰੇ, ਗੁਰਮਤਿ ਪ੍ਰਚਾਰ ਕੀਤਾ। ਹਰਖੋਵਾਲ ਵਾਲੇ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ। ਤੋ ਇੰਜ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਗੁਰਮੁਖ ਨੇ ਉਹ ਗਿਆਨ ਪਾ ਕੇ ਵੀ ਰੱਬ ਨੂੰ ਸਲਾਹੁੰਦੇ ਰਹਿੰਦੇ। ਕਥਾ ਕੀਰਤਨ ਗੁਰਬਾਣੀ ਦੇ ਪਾਠ ਦੁਆਰਾ ਉਹਨਾਂ ਨੇ ਜੁਗਾਂ ਜੁਗਾਂ 'ਚ ਇੱਕ ਵਾਹਿਗੁਰੂ ਅਕਾਲ ਪੁਰਖ ਨੂੰ ਹੀ ਜਾਣਿਆ ਹੈ। ਮਨ ਮੁਖ ਕਾਰ ਕਰੀ ਸਭ ਦੁੱਖ ਸਬਾਈ। ਮਨਮੁਖ ਪੁਰਖ ਬੇਦਨ ਖੇਦ ਸਕਾਮ ਕਰਮਾਂ ਰੂਪੀ ਕਾਰ ਕਰਦੇ ਤਾਂ ਹਨ, ਜੋ ਸਾਰੀ ਦੁੱਖ ਰੂਪ ਹੈ। ਇਸ 'ਚ ਲੱਗਣ ਕਰਕੇ ਸਾਰੇ ਦੁੱਖ ਹੀ ਆ ਕੇ ਚੰਬੜਦੇ ਨੇ। ਅੰਤਰ ਸ਼ਬਦ ਨਾਹੀ ਕਿਉ ਦਰ ਜਾਏ। ਉਹਨਾਂ ਦੇ ਹਿਰਦੇ ਵਿੱਚ ਗੁਰਾਂ ਦਾ ਉਪਦੇਸ਼ ਹੀ ਨਹੀਂ ਵਸਦਾ, ਫਿਰ ਦੱਸੋ ਕਿਵੇਂ ਪ੍ਰਭੂ ਦੇ ਦੁਆਰੇ ਤੇ ਜਾਣਗੇ? ਪਾਵ ਨਹੀਂ ਜਾ ਸਕਦੇ। ਗੁਰਮੁਖ ਸ਼ਬਦ ਵਸੈ ਮਨ ਸਾਚਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸ਼ਬਦ, ਗੁਰਬਾਣੀ ਦੇ ਸ਼ਬਦ ਗੁਰਮੁਖਾਂ ਦੇ ਹਿਰਦੇ ਵਿੱਚ ਜੋ ਸੱਚੇ ਨੇ ਉਹ ਹਮੇਸ਼ਾ ਵਸਦੇ ਨੇ। ਸਾਧ ਸੇਵੀ ਸੁਖ ਦਾਤਾ ਹੈ। ਇਸੇ ਕਰਕੇ ਉਹ ਹਮੇਸ਼ਾ ਸੁੱਖਾਂ ਦੇ ਦੇਣ ਵਾਲੇ ਪ੍ਰਭੂ ਨੂੰ ਸੇਵਦੇ ਰਹਿੰਦੇ ਹਨ। ਜਹ ਦੇਖਾ ਤੂੰ ਸਭਨੀ ਥਾਈ। ਇਹ ਪਰਮਾਤਮਾ ਮੈਂ ਜਿੱਥੇ ਵੀ ਵੇਖਦਾ ਤੂੰ ਉੱਥੇ ਉੱਥੇ ਸਾਰੀਆਂ ਥਾਵਾਂ ਵਿੱਚ ਵਿਆਪਕ ਹੈ। ਪੂਰਾ ਗੁਰ ਸਭ ਸੋਝੀ ਪਾਈ। ਪੂਰਨ ਸਤਿਗੁਰਾਂ ਨੇ ਇਹ ਸਾਰੀ ਗਿਆਤ ਪਾਈ ਹੈ। ਨਾਮੋ ਨਾਮ ਧਿਆਈਐ ਸਦਾ ਸਾਧ। ਇਹ ਪਰਮਾਤਮਾ ਹਮੇਸ਼ਾ ਹਮੇਸ਼ਾ ਤੇਰਾ ਨਾਮ ਹੀ ਨਾਮ ਧਿਆਉਂਦੇ ਰਹੀਏ। ਇਹੋ ਮਨ ਨਾਮੇ ਰਾਤਾ ਹੈ। ਸਾਡੀ ਤਾਂ ਇਹੀ ਬੇਨਤੀ ਹੈ ਕਿ ਸਾਡਾ ਇਹ ਜੋ ਮਨ ਹਿਰਦਾ ਤੇਰੇ ਨਾਮ ਦੇ ਵਿੱਚ ਹਮੇਸ਼ਾ ਰੰਗਿਆ ਰਹੇ, ਰੰਗਿਆ ਹੋਇਆ ਹੈ। ਨਾਮੇ ਰਾਤਾ ਪਵਿੱਤ ਸਰੀਰਾ। ਕਿਉਂਕਿ ਜੋ ਪ੍ਰਭੂ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਹੈ ਉਸ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ। ਬਿਨ ਨਾਵੈ ਡੂਬ ਮੋਏ ਬਿਨ ਨੀਰਾ। ਪਰਮੇਸ਼ਰ ਦੇ ਨਾਮ ਤੋਂ ਬਿਨਾ, ਪ੍ਰਤੱਖ ਪਾਣੀ ਤੋਂ ਬਿਨਾ ਹੀ ਪਦਾਰਥਾਂ ਦੇ ਵਿੱਚ, ਵਿਸ਼ਿਆਂ ਤੋਂ ਪਾਣੀ ਵਿੱਚ ਡੁੱਬ ਕੇ ਮੋਏ ਮਰ ਗਏ ਹਨ। ਆਵਹਿ ਜਾਵਹਿ ਨਾਮ ਨਹੀਂ ਬੂਝਹਿ। ਉਹ ਸੰਸਾਰ ਵਿੱਚ ਆਉਂਦੇ ਜਾਂਦੇ, ਮਤਲਬ ਜੰਮਦੇ ਮਰਦੇ ਰਹਿੰਦੇ ਨੇ, ਪਰ ਪ੍ਰਭੂ ਦਾ ਨਾਮ ਨਹੀਂ ਸਮਝਦੇ ਜਾਂ ਗੁਰਾਂ ਪਾਸੋਂ ਪ੍ਰਭੂ ਦਾ ਨਾਮ ਨਹੀਂ ਪੁੱਛਦੇ। ਕਿੰਨਾ ਗੁਰਮੁਖ ਸ਼ਬਦ ਪਛਾਤਾ ਹੈ। ਪਰ ਇੱਕ ਨਾ ਗੁਰਮੁਖ ਜਨਾਂ ਨੇ ਗੁਰਾਂ ਦੇ ਉਪਦੇਸ਼ ਨੂੰ ਪਹਿਚਾਨਣਾ ਕੀਤਾ ਹੈ।
ਉਹ ਪ੍ਰਭੂ ਨਾਮ ਨੂੰ ਪ੍ਰਾਪਤ ਕਰਕੇ ਜੰਮਣ ਮਰਨ ਤੋਂ ਰਹਿਤ ਹੋਏ ਹਨ। ਸਤਿਗੁਰ ਬੂਝ ਬੁਝਾਈ, ਪੂਰੇ ਸਤਿਗੁਰਾਂ ਨੇ ਇਹ ਸਿੱਖਿਆ ਸਮਝਾ ਦਿੱਤੀ ਹੈ ਕਿ ਬਿਨ ਨਾਵੈ ਮੁਕਤ ਕਿਨੈ ਨਾ ਪਾਈ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਕਿਸੇ ਨੇ ਵੀ ਮੁਕਤੀ ਨਹੀਂ ਪਾਈ। ਨਾਮੇ ਨਾਮ ਮਿਲੈ ਵਡਿਆਈ, ਜਿਸ ਪੁਰਖ ਨੂੰ ਨਾਮੀ ਪ੍ਰਭੂ ਦੇ ਨਾਮ ਦੀ ਵਡਿਆਈ ਮਿਲਦੀ ਹੈ। ਸਹਿਜ ਰਹੈ ਰੰਗ ਰਾਤਾ ਹੀ, ਉਹ ਸੁਭਾਵਕ ਹੀ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਕਾਇਆ ਨਗਰ ਟਹੈ ਟਹ ਢੇਰੀ, ਇਹ ਸਰੀਰ ਰੂਪੀ ਨਗਰ ਪਿੱਛੇ ਢਹਿੰਦਾ ਆਇਆ ਸੀਗਾ, ਹੁਣ ਵੀ ਡਿੱਗ ਕੇ ਸਵਾਹ ਦੀ ਢੇਰੀ ਹੋਈ ਹੋ ਜਾਣਾ ਹੈ। ਜਾਂ ਜੋ ਪੰਜਾਂ ਤੱਤਾਂ ਦੀ ਦੇਹ ਰੂਪ ਨਗਰੀ ਦੇ ਅਭਿਮਾਨ ਵਿੱਚ ਡਿੱਗ ਪੈਂਦੇ ਨੇ, ਉਹ ਵਿਕਾਰਾਂ ਵਿੱਚ ਢਹਿ ਕੇ ਤੇ ਖਾਕ ਦੀ ਢੇਰੀ ਹੋ ਜਾਂਦੇ ਹਨ। ਬਿਨ ਸ਼ਬਦ ਚੁੱਕੈ ਨਹੀਂ ਫੇਰੀ, ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕੀਤੀ ਤੋਂ ਬਿਨਾਂ 84 ਦੀ ਘੁੰਮਣ ਘੇਰੀ ਮੁੱਕਦੀ ਨਹੀਂ ਹੈ। ਸਾਚ ਸਲਾਹੀ ਸਾਚ ਸਮਾਵੈ, ਇਸ ਕਰਕੇ ਜਿਸ ਗੁਰਮੁਖ ਜਾਣੇ ਗੁਰਾਂ ਦੁਆਰਾ ਜਿਨ ਗੁਰਮੁਖ ਏਕੋ ਜਾਤਾ ਹੈ। ਇੱਕ ਅਦਵੈਤ ਸਰੂਪ ਪ੍ਰਭੂ ਨੂੰ ਜਾਣ ਲਿਆ, ਉਹ ਸੱਚੇ ਨਾਮ ਨੂੰ ਹੀ ਸਲਾਹੁੰਦਾ ਹੈ ਤੇ ਸੱਚੇ ਨਾਮ ਪਰਮੇਸ਼ਰ ਵਿੱਚ ਹੀ ਸਮਾ ਜਾਂਦਾ ਹੈ। ਜਿਸਨੋ ਨਦਰ ਕਰੀ ਸੋ ਪਾਈ, ਜਿਸ ਉੱਪਰ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਹੀ ਗੁਰਾਂ ਦੁਆਰਾ ਅੰਮ੍ਰਿਤ ਨਾਮ ਨੂੰ ਪਾਉਂਦਾ ਹੈ। ਸਾਚਾ ਸ਼ਬਦ ਵਸੈ ਮਨ ਆਈ, ਫਿਰ ਸੱਚੇ ਗੁਰਾਂ ਦਾ ਸੱਚਾ ਉਪਦੇਸ਼ ਉਸ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਨਾਨਕ ਨਾਮ ਰਤੇ ਨਿਰੰਕਾਰੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੀਜਾ ਸਰੂਪ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ ਕਿ ਜੋ ਪਰਮੇਸ਼ਰ ਦੇ ਨਾਮ 'ਚ ਰੰਗੇ ਹੋਏ ਨੇ, ਉਹ ਪਰਮੇਸ਼ਰ ਦਾ ਸਰੂਪ ਜਾਂ ਪਰਮੇਸ਼ਰ ਦੇ ਸੇਵਕ ਹੀ ਬਣ ਗਏ ਹਨ। ਦਰ ਸਾਚੈ ਸਾਚ ਪਛਾਤਾ ਹੈ, ਉਹਨਾਂ ਨੇ ਸੱਚੇ ਸਾਧ ਸੰਗਤ ਰੂਪੀ ਦੁਆਰੀ ਰਾਹੀਂ ਸੱਚ ਸਰੂਪ ਪਹਿਚਾਨ ਲਿਆ ਹੈ। ਇੱਥੇ ਸਾਧ ਸੰਗਤ ਜੀਓ ਲੜੀਵਾਰ ਕਥਾ ਦੀ ਸਮਾਪਤੀ ਹੈ, ਕਿਉਂਕਿ ਅੱਜ ਭਾਦਰੋਂ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਉਹ ਸ਼ਬਦ ਦੀ ਵੀ ਆਪਾਂ ਵਿਚਾਰ ਕਰਨੀ ਹੈ। 5-7 ਮਿੰਟਾਂ 'ਚ ਉਹ ਸ਼ਬਦ ਦੇ ਦਰਸ਼ਨ ਕਰਾਂਗੇ। ਆਓ ਦੋ ਪੰਕਤੀਆਂ ਸਰਵਣ ਕਰੋ ਤੇ ਫਤਿਹ ਬੁਲਾਈਏ ਜੀ। ਜਿਸਨੋ ਨਦਰ ਕਰੀ ਸੋ ਪਾਈ, ਸਾਚਾ ਸ਼ਬਦ ਵਸੈ ਮਨ ਆਈ। ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਚ ਸਾਚ ਪਛਾਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।